प्यारे विद्यार्थियों, जिमें कि आप जी ਨੂੰ पता ही है कि ਜਿਹੜਾ ਸਾਡਾ ਮੁੱਖ ਉਦੇਸ਼ ਹੀ ਆਪ ਜੀ ਨੂੰ ਇੰਗਲਿਸ਼ ਦੇ ਵਿੱਚ ਪਰਫੈਕਟ ਬਣਾਉਣਾ ਹੈ। ਆਪ ਜੀ ਦੀ ਮਾਤ ਭਾਸ਼ਾ ਦੇ ਅੰਦਰ ਹੀ ਅਸੀਂ ਜਿਹੜੇ ਵੀਡੀਓ ਦੇ ਮਾਧਿਅਮ ਰਾਹੀਂ ਬਹੁਤ ਛੋਟੇ ਲੈਕਚਰ ਤਿਆਰ ਕਰਕੇ ਆਪ ਜੀ ਨੂੰ ਦੇ ਰਹੇ ਹਾਂ ਔਰ ਇਹ ਵੀ ਆਸ ਰੱਖਦੇ ਹਾਂ ਕਿ ਤੁਸੀਂ ਇਹ ਜਿਹੜੇ ਲੈਕਚਰ ਨੇ ਜ਼ਰੂਰ ਵੇਖਦੇ ਹੋਵੋਗੇ ਅਤੇ ਆਪਣਾ ਟਾਈਮ ਕੱਢ ਕੇ ਇੰਗਲਿਸ਼ ਨੂੰ ਸਿੱਖਣ ਦਾ ਯਤਨ ਕਰ ਰਹੇ ਹੋਵੋਗੇ। ਇੰਗਲਿਸ਼ ਇੱਕ ਅਜਿਹਾ ਵਿਸ਼ਾ ਹੈ, ਇੱਕ ਅਜਿਹੀ ਭਾਸ਼ਾ ਹੈ ਜਿਸ ਨੂੰ ਸਿੱਖਣ ਲੱਗਿਆਂ ਸ਼ੁਰੂ 'ਚ ਤਾਂ ਥੋੜ੍ਹੀਆਂ ਮੁਸ਼ਕਿਲਾਂ ਆਉਂਦੀਆਂ ਹਨ, ਪਰ ਜਦੋਂ ਅਸੀਂ ਹਿੰਮਤ ਨਹੀਂ ਹਾਰਦੇ ਤਾਂ ਅਸੀਂ ਇੰਗਲਿਸ਼ ਨੂੰ ਬੜੇ ਸੌਖੇ ਢੰਗ ਨਾਲ ਸਿੱਖ ਸਕਦੇ ਹਾਂ। ਪਿਛਲੇ ਸਮੇਂ ਦੇ ਅੰਦਰ ਆਪਾਂ ਨੇ ਗ੍ਰਾਮਰ ਦੇ ਤੌਰ 'ਤੇ ਟੈਂਸਾਂ ਦੀ ਗੱਲ ਕੀਤੀ ਸੀ। ਮੈਂ ਇਹ ਭਲੀ ਭਾਂਤੂ ਜਾਣੂ ਹਾਂ ਕਿ ਤੁਸੀਂ ਟੈਂਸ ਚੰਗੀ ਤਰ੍ਹਾਂ ਸਿੱਖ ਗਏ ਹੋਵੋਗੇ। ਅੱਜ ਦੇ ਇਸ ਲੈਕਚਰ ਦੇ ਅੰਦਰ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਉਹ ਕਰਨੀ ਹੈ ਵੌਇਸ ਦੀ। ਐਕਚੁਅਲੀ ਵੌਇਸ ਦਾ ਮੀਨਿੰਗ ਹੀ ਆਵਾਜ਼ ਹੁੰਦਾ ਹੈ। ਸ਼ਬਦਿਕ ਅਰਥਾਂ ਦੇ ਉੱਤਰ ਅਸੀਂ ਇਹਨੂੰ ਆਵਾਜ਼ ਕਹਿ ਦਿੰਦੇ ਹਾਂ। ਵੈਸੇ ਵੌਇਸ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਐਕਟਿਵ ਵੌਇਸ ਹੁੰਦੀ ਹੈ, ਇੱਕ ਪੈਸਿਵ ਵੌਇਸ ਹੁੰਦੀ ਹੈ। ਮੈਂ ਵਾਸਤਵਿਕ ਰੂਪ ਦੇ ਵਿੱਚ ਇੱਕ ਗੱਲ ਕਰਦਾ ਹੁੰਦਾ ਕਿ ਜਿਹੜੇ ਐਕਟਿਵ ਹੁੰਦੇ ਨੇ ਉਹਦਾ ਮਤਲਬ ਵੀ ਚੁਸਤ ਹੁੰਦਾ ਹੈਗਾ ਕਿ ਕਿਸੇ ਚੀਜ਼ ਨੂੰ ਹਾਜ਼ਰ ਹੋ ਕੇ ਕੰਮ ਕਰਨਾ। ਮਤਲਬ ਕਿ ਜਿਵੇਂ ਜਸਟ ਆਈ ਲਾਈਕ ਕਿ ਆਈ ਪਲੇ ਹਾਕੀ, ਕਿ ਮੈਂ ਹਾਕੀ ਖੇਡਦਾ ਹਾਂ, ਮਤਲਬ ਕਿ ਮੈਂ ਪੂਰਨ ਰੂਪ 'ਚ ਤਿਆਰ ਹਾਂ, ਮੈਂ ਚੁਸਤ ਹਾਂ, ਮੈਂ ਐਕਟਿਵ ਹਾਂ ਕਿ ਮੈਂ ਹਾਕੀ ਖੇਡਣ ਲਈ ਤਿਆਰ ਹਾਂ, ਮੈਂ ਹਾਕੀ ਖੇਡਦਾ ਹਾਂ। ਬਟ ਦੂਸਰੀ ਭਾਸ਼ਾ ਦੇ ਵਿੱਚ ਮੈਂ ਪੈਸਿਵ ਨੂੰ ਸੁਸਤ ਦਾ ਨਾਮ ਦਿੰਦਾ ਹਾਂ ਕਿਉਂਕਿ ਇਹਦੇ ਅੰਦਰ ਜਿਹੜਾ ਕੰਮ ਕਰਨ ਦੀ ਇੱਛਾ ਨਹੀਂ ਹੁੰਦੀ, ਕੰਮ ਸਬਜੈਕਟ ਕੋਲੋਂ ਕਰਵਾਇਆ ਜਾਂਦਾ। ਹੁਣ ਜਿਵੇਂ ਮੈਂ ਗੱਲ ਕੀਤੀ ਸੀ ਆਈ ਪਲੇ ਹਾਕੀ, ਔਰ ਜਦੋਂ ਪੈਸਿਵ ਬਣਿਆ ਇਹ ਪੈਸਿਵ ਦੀ ਜਾ ਕੇ ਉਹ ਬਣਿਆ ਹਾਕੀ ਇਜ਼ ਪਲੇਡ ਬਾਈ ਮੀ, ਕਿਉਂਕਿ ਐਕਟਿਵ ਦੇ ਵਿੱਚ ਪਲੇ ਮੈਂ ਹਾਕੀ ਨੂੰ ਖੇਡਦਾ ਹਾਂ ਬਟ ਹਾਕੀ ਮੇਰੇ ਦੁਆਰਾ ਖੇਡੀ ਜਾਂਦੀ ਹੈ। ਇੱਥੇ ਇੱਕ ਗੱਲ ਸਮਝਣ ਯੋਗ ਹੈ ਕਿ ਜਿਹੜਾ ਸਾਡਾ ਵੌਇਸ ਹੈ, ਵੌਇਸ ਵਿੱਚ ਐਕਟਿਵ ਅਤੇ ਪੈਸਿਵ ਹੈ, ਇਹ ਟੈਂਸ ਆਧਾਰਿਤ ਨੇ। ਜੇਕਰ ਤੁਹਾਨੂੰ ਟੈਂਸ ਆਉਂਦੇ ਨੇ ਤਾਂ ਤੁਸੀਂ ਵੌਇਸ ਨੂੰ ਬਹੁਤ ਅੱਛੀ ਤਰ੍ਹਾਂ ਸਿੱਖ ਸਕਦੇ ਹੋ। ਕਾਰਨ ਕਿ ਹੁਣ ਤੁਸੀਂ ਇਹ ਦੇਖੋ ਆਈ ਪਲੇ ਹਾਕੀ, ਇਹ ਸੈਂਟੈਂਸ, ਇਹ ਜਿਹੜਾ ਸੈਂਟੈਂਸ ਹੈ ਇਹ ਕਿਹੜੇ ਟੈਂਸ 'ਚ ਹੈ, ਇਹ ਕਿਹੜੇ ਕਾਲ ਦੇ ਵਿੱਚ ਹੈ। ਜੇਕਰ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਆਈ ਪਲੇ ਹਾਕੀ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੈ। ਹੁਣ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਸਾਨੂੰ ਪਤਾ ਹੈ ਕਿ ਵਰਬ ਦੀ ਜਿਹੜੀ ਪਹਿਲੀ ਫਾਰਮ ਲੱਗਦੀ ਹੈ ਆਈ ਵੀ ਯੂ ਦੇ ਬਹੁਵਚਨ ਨਾਲ ਵਰਬ ਦੀ ਪਹਿਲੀ ਫਾਰਮ ਅਤੇ ਹੀ ਸ਼ੀ ਇਟ ਐਨੀ ਨੇਮ ਨਾਲ ਵਰਬ ਦੀ ਪਹਿਲੀ ਫਾਰਮ ਨਾਲ ਐਸ ਜਾਂ ਈਐਸ ਦਾ ਪ੍ਰਯੋਗ ਹੁੰਦਾ ਹੈ। ਇਹ ਸਾਡਾ ਆਈ ਪਲੇ ਹਾਕੀ ਹੈ। ਇਹ ਵਰਬ ਦੀ ਪਹਿਲੀ ਫਾਰਮ ਲੱਗੀ ਹੈ, ਸਬਜੈਕਟ ਆਈ ਨਾਲ ਲੱਗੀ ਹੈ, ਇਸ ਕਰਕੇ ਸਾਡਾ ਪ੍ਰੈਜ਼ੈਂਟ ਟੈਂਸ ਹੈ। ਪਰ ਜਦੋਂ ਪੈਸਿਵ ਵੌਇਸ ਦੇ ਵਿੱਚ ਬਣਦਾ ਹੈ, ਪੈਸਿਵ ਵੌਇਸ ਸਭ ਤੋਂ ਪਹਿਲਾਂ ਐਕਟਿਵ ਦੇ ਵਿੱਚ ਹੁੰਦਾ ਸਬਜੈਕਟ ਵਰਬ ਆਬਜੈਕਟ। ਜਦੋਂ ਪੈਸਿਵ 'ਚ ਬਣਦਾ ਹੈ ਸਭ ਤੋਂ ਪਹਿਲਾਂ ਆਬਜੈਕਟ, ਫਿਰ ਹੈਲਪਿੰਗ ਵਰਬ, ਫਿਰ ਵਰਬ ਦੀ ਥਰਡ ਫਾਰਮ, ਫਿਰ ਪ੍ਰਪੋਜੀਸ਼ਨ, ਫਿਰ ਸਬਜੈਕਟ। ਹੁਣ ਕੀ ਆ ਗਿਆ, ਇਹ ਹਾਕੀ ਬਣ ਗਿਆ। ਇਸ ਕਿਉਂਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਵਰਬ ਦੀ ਪਹਿਲੀ ਫਾਰਮ ਲੱਗਦੀ ਹੈ। ਜਦੋਂ ਅਸੀਂ ਉਹ ਪੈਸਿਵ ਵੌਇਸ ਚੇਂਜ ਕਰਦੇ ਹਾਂ ਤਾਂ ਅਸੀਂ ਉਹਦੇ ਅੰਦਰ ਜਿਹੜਾ ਹੈਲਪਿੰਗ ਵਰਬ ਹੈ ਉਹ ਪ੍ਰੈਜ਼ੈਂਟ ਕੰਟੀਨਿਊ ਟੈਂਸ ਦਾ ਲਾਉਂਦੇ ਹਾਂ। ਪ੍ਰੈਜ਼ੈਂਟ ਕੰਟੀਨਿਊ ਟੈਂਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਜ਼ ਐਮ ਆਰ ਦਾ ਪ੍ਰਯੋਗ ਕੀਤਾ ਜਾਂਦਾ। ਇਜ਼ ਐਮ ਆਰ ਦੇ ਵਿੱਚ ਹੋ ਗਿਆ ਹਾਕੀ ਇਜ਼ ਪਲੇਡ, ਇਹ ਬਾਈ ਪ੍ਰਪੋਜੀਸ਼ਨ ਲੱਗੀ ਬਾਈ ਮੀ। ਦੋ ਤਿੰਨ ਗੱਲਾਂ ਦਾ ਧਿਆਨ ਰੱਖੋ ਕਿ ਜਿਹੜਾ ਸਾਡਾ ਐਕਟਿਵ ਹੈ, ਐਕਟਿਵ ਦੇ ਵਿੱਚ ਜਿਹੜਾ ਐਕਸ਼ਨ ਹੈ ਸਾਰਾ ਉਹ ਸਬਜੈਕਟ ਤੋਂ ਆਬਜੈਕਟ ਤੇ ਹੁੰਦਾ ਹੈ। ਐਕਸ਼ਨ ਹੈ ਜਿਹੜਾ ਸਬਜੈਕਟ ਤੋਂ ਆਬਜੈਕਟ ਤੇ ਹੁੰਦਾ ਹੈ। ਹੁਣ ਇੱਥੇ ਸਬਜੈਕਟ ਕੌਣ ਹੈ, ਮੈਂ ਹਾਂ। ਉਹਨੇ ਐਕਸ਼ਨ ਕਿਤੇ ਕੀਤਾ, ਹਾਕੀ ਤੇ ਕੀਤਾ। ਕਿਹਦੇ ਦੁਆਰਾ ਕੀਤਾ, ਪਲੇ ਦੁਆਰਾ ਕੀਤਾ। ਇੱਥੇ ਵਰਬ ਦਾ ਜਿਹੜਾ ਐਕਸ਼ਨ ਹੈ ਹਾਕੀ ਤੇ ਹੈ, ਆਈ ਪਲੇ ਹਾਕੀ। ਬਟ ਪੈਸਿਵ ਵੌਇਸ ਦੇ ਵਿੱਚ ਜਿਹੜਾ ਸਬਜੈਕਟ ਵਿੱਚ ਕੰਮ ਨਹੀਂ ਕਰਦਾ, ਸਗੋਂ ਇਸ ਦੇ ਉੱਪਰ ਕੰਮ ਕਰਵਾਇਆ ਜਾਂਦਾ, ਸਬਜੈਕਟ ਤੋਂ ਜ਼ਬਰੀ ਕੰਮ ਕਰਵਾਇਆ ਜਾਂਦਾ। ਇੱਥੇ ਮੈਂ ਪਹਿਲਾਂ ਗੱਲ ਕਰਕੇ ਚੁੱਕਿਆ ਕਿ ਐਕਟਿਵ ਦੇ ਅੰਦਰ ਸਬਜੈਕਟ ਕੰਮ ਕਰਦਾ ਹੈ ਔਰ ਪੈਸਿਵ ਦੇ ਅੰਦਰ ਸਬਜੈਕਟ ਕੋਲੋਂ ਕੰਮ ਕਰਵਾਇਆ ਜਾਂਦਾ, ਉਹਦੀ ਕੋਈ ਇੱਛਾ ਨਹੀਂ ਹੁੰਦੀ। ਹਾਕੀ ਇਜ਼ ਪਲੇਡ ਬਾਈ ਮੀ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਕੁਝ ਸੈਂਟੈਂਸਿਸ ਨੇ ਤੁਸੀਂ ਦੇਖੋਗੇ ਕਿ ਜੇਕਰ ਆਪਣਾ ਵਰਬ ਦੀ ਪਹਿਲੀ ਫਾਰਮ ਨਾਲ ਐਸ ਜਾਂ ਈ ਆਸਿਆ ਜਾਂਦਾ ਹੈ, ਵਰਬ ਦੀ ਪਹਿਲੀ ਫਾਰਮ ਨਾਲ ਐਸ ਜਾਂ ਈ ਐਸ ਹੁੰਦਾ ਹੈ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੈ। ਜਦੋਂ ਅਸੀਂ ਇਸ ਨੂੰ ਪੈਸਿਵ ਵੌਇਸ ਕਰਨਾ ਹੈ ਤਾਂ ਇਹਦੇ ਵਿੱਚ ਇਜ਼ ਐਮ ਆਰ ਅਤੇ ਵਰਬ ਦੀ ਥਰਡ ਫਾਰਮ ਬਾਈ ਪ੍ਰੋਪੋਜੀਸ਼ਨ, ਇਹ ਹੈਲਪਿੰਗ ਵਰਬ ਦੇ ਤੌਰ ਤੇ ਲੱਗਦੇ ਨੇ। ਜਦੋਂ ਅਸੀਂ ਪੈਸਿਵ ਵੌਇਸ ਨੂੰ ਐਕਟਿਵ ਤੋਂ ਪੈਸਿਵ ਵੌਇਸ ਬਣਾਉਂਦੇ ਹਾਂ ਤਾਂ ਸਾਨੂੰ ਖਾਸ ਤੌਰ ਤੇ ਟੈਂਸਾਂ ਦਾ ਧਿਆਨ ਰੱਖਣਾ ਪਵੇਗਾ ਕਿ ਬਿਲਕੁਲ ਇਹ ਜਿਹੜਾ ਵਾਕ ਹੈ ਉਹ ਕਿਹੜੇ ਟੈਂਸ ਦੇ ਵਿੱਚ ਆਇਆ ਹੈ। ਦੂਸਰੀ ਗੱਲ, ਜਿਹੜੇ ਸਬਜੈਕਟ ਨੇ
ਹੁਣ ਇਹਦੇ ਵਿੱਚ ਸਬਜੈਕਟ ਨੇ, ਜਦੋਂ ਉਹ ਆਬਜੈਕਟ ਬਣਦੇ ਨੇ ਤਾਂ ਉਹ ਵੀ ਚੇਂਜ ਹੋ ਜਾਂਦੇ ਨੇ। ਜਿਵੇਂ ਉਦਾਹਰਨ ਦੇ ਤੌਰ ਤੇ ਆਈ ਹੈ, ਇਹ ਮੀ 'ਚ ਬਦਲ ਜਾਂਦਾ ਹੈ, ਯੂ ਯੂ 'ਚ ਰਹਿੰਦਾ ਹੈ, ਦੇ ਦੈਮ 'ਚ, ਹੀ ਹਿਮ 'ਚ, ਔਰ ਸ਼ੀ ਹਰ 'ਚ, ਇਟ ਇਟ 'ਚ, ਐਨੀ ਨੇਮ ਦੇ ਵਿੱਚ ਰਹਿੰਦਾ। ਇਹ ਜਦੋਂ ਅਸੀਂ ਐਕਟਿਵ ਸਾਡਾ ਐਕਟਿਵ ਪੋਰਸ਼ਨ ਹੈ, ਜਦੋਂ ਐਕਟਿਵ ਪੋਰਸ਼ਨ ਪੈਸਿਵ ਵਾਇਸ 'ਚ ਜਾਂਦਾ ਹੈ ਤਾਂ ਆਬਜੈਕਟ ਦੇ ਰੂਪ 'ਚ ਜਾ ਕੇ ਉਹ ਚੇਂਜ ਹੋ ਜਾਂਦਾ ਹੈਗਾ। ਐਗਜ਼ਾਮਪਲ ਦੇ ਤੌਰ ਤੇ ਹੁਣ ਮੈਂ ਇੱਕ ਹੋਰ ਜਿਵੇਂ ਹੈ ਕਿ ਇੱਕ ਹੈ ਰਾਮ, ਕੀ ਹੈ ਬਾਤ, ਰਾਮ ਸਿੰਗਸ ਏ ਸੌਂਗ। ਰਾਮ ਸਾਡਾ ਸਬਜੈਕਟ ਹੈ, ਸਿੰਘ ਸਾਡਾ ਵਰਬ ਹੈ, ਇਹ ਸਾਡਾ ਆਬਜੈਕਟ ਹੈ। ਇਹ ਸਾਡਾ ਆਬਜੈਕਟ ਹੈ। ਜਦੋਂ ਅਸੀਂ ਇਹਨੂੰ ਪੈਸਿਵ ਵਾਇਸ ਬਦਲਦੇ ਹਾਂ ਤਾਂ ਜਿਹੜਾ ਇਹ ਹੈ, ਇਹ ਸੌਂਗ ਮੂਹਰੇ ਆ ਜਾਏਗਾ। ਕੀ ਆ ਗਿਆ, ਇਹ ਸੌਂਗ। ਹੁਣ ਕੀ ਹੈ, ਪ੍ਰੈਜ਼ੈਂਟ ਹੈ, ਇਜ਼। ਥਰਡ ਫਾਰਮ ਕੀ ਬਣ ਗਈ, ਸੰਗ ਬਾਏ ਰਾਮ। ਪਿਆਰੇ ਵਿਦਿਆਰਥੀਓ, ਇਸ ਗੱਲ ਦਾ ਇਸ ਵਿੱਚ ਧਿਆਨ ਰੱਖਣਾ ਹੈ ਕਿ ਸਬਜੈਕਟ ਆਬਜੈਕਟ ਬਣ ਜਾਂਦਾ ਹੈ ਅਤੇ ਆਬਜੈਕਟ ਸਬਜੈਕਟ ਬਣ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਟੈਂਸ ਹੈ ਉਸ ਦੀ ਅਗਲੇ ਟੈਂਸ ਦੇ ਵਿੱਚ ਹੈਲਪਿੰਗ ਵਰਬ ਲੱਗ ਜਾਂਦਾ ਹੈ ਅਤੇ ਵਰਬ ਦੀ ਥਰਡ ਫਾਰਮ ਲੱਗਦੀ ਹੈ। ਥਰਡ ਫਾਰਮ ਤੋਂ ਬਾਅਦ ਵਰਬ ਦਾ ਆਬਜੈਕਟ ਜਿਹੜਾ ਸਾਡਾ ਸਬਜੈਕਟ ਹੈ ਉਹ ਆਬਜੈਕਟ ਬਣ ਜਾਂਦਾ। ਐਗਜ਼ਾਮਪਲ ਦੇ ਤੌਰ ਤੇ ਤੁਸੀਂ ਛੋਟੇ ਛੋਟੇ ਸੈਂਟੈਂਸ ਨੂੰ ਦੱਸਣ ਲੱਗੇ ਹਾਂ। ਜਿਵੇਂ ਅੱਗੇ ਹੈਗਾ ਸਾਡੇ ਲਵੇ ਕਿ ਤੁਸੀਂ ਦੇਖੋਗੇ ਹੁਣ ਸੈਂਟੈਂਸ ਦੇ ਤੌਰ ਤੇ ਦੱਸਣ ਲੱਗੇ ਹਾਂ, ਜਿਵੇਂ she writes many letters। ਹੁਣ ਤੁਸੀਂ ਦੇਖੋ, she ਹੈ, ਇਹ ਸਾਡਾ ਕੀ ਹੈ, ਸਬਜੈਕਟ ਹੈ, ਰਾਈਟਸ ਕੀ ਹੈ ਸਾਡਾ ਵਰਬ ਹੈ, many letters ਕੀ ਹੈ ਸਾਡਾ ਆਬਜੈਕਟ ਹੈ। ਪੈਸਿਵ ਇੱਥੇ ਮੈਂ ਜਿਹੜੀ ਗੱਲ ਪਹਿਲਾਂ ਗੱਲ ਕੀਤੀ ਸੀ ਕਿ ਇੱਥੇ ਜਿਹੜਾ ਕੰਮ ਹੈ ਸਬਜੈਕਟ ਆਬਜੈਕਟ ਉੱਤੇ ਕਰਦਾ ਹੈ। ਇੱਥੇ ਸਬਜੈਕਟ ਦਾ ਐਕਚੁਅਲੀ ਆਬਜੈਕਟ ਤੇ ਹੈ ਐਕਟਿਵ ਦੇ ਵਿੱਚ, ਪਰ ਜਦੋਂ ਸਾਡਾ ਪੈਸਿਵ ਵਾਇਸ ਬਣਦਾ ਹੈ, ਪੈਸਿਵ ਵਾਇਸ ਦੇ ਵਿੱਚ ਜਿਹੜਾ ਐਕਸ਼ਨ ਹੈ ਆਬਜੈਕਟ ਦਾ ਉਹ ਸਬਜੈਕਟ ਦੁਆਰਾ ਕਰਵਾਇਆ ਜਾਂਦਾ, ਸਬਜੈਕਟ ਤੋਂ ਕੰਮ ਕਰਵਾਇਆ ਜਾਂਦਾ ਹੈ। ਐਗਜ਼ਾਮਪਲ ਆ ਗਿਆ ਕਿ ਮੈਨੀ ਲੈਟਰਸ, ਉਧਰ ਲੈਟਰਸ ਆ ਗਿਆ, ਫਿਰ ਆ ਗਿਆ ਆਰ ਰਿਟਨ। थर्ड फॉर्म बन गई, प्रोपोजिशन लगी बाय, एक ही बन गया शी बन गया हर दे विच। सो ਜਦੋਂ ਤੁਸੀਂ ਬਾਰ-ਬਾਰ ਸੈਂਟੈਂਸਾਂ ਨੂੰ ਇੱਕ ਵਾਰ ਨਜ਼ਰ ਮਾਰੋਗੇ, ਵੌਇਸ ਰਿਲੇਸ਼ਨ ਕਰਨ ਵੇਲੇ ਵੌਇਸ ਦੇਖੋਗੇ ਤਾਂ ਤੁਹਾਨੂੰ ਟੈਂਸਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਹੜਾ ਮੇਰਾ ਮੂਹਰੇ ਸੈਂਟੈਂਸ ਮੈਨੂੰ ਦਿੱਤਾ ਗਿਆ ਹੈ ਉਹ ਕਿਹੜੇ ਟੈਂਸ ਦਾ ਸੈਂਟੈਂਸ ਮੈਨੂੰ ਦਿੱਤਾ ਗਿਆ, ਉਸ ਦੇ ਅਕੋਰਡਿੰਗ ਅਸੀਂ ਉਸ ਤੋਂ ਨੈਕਸਟ ਹੈਲਪ ਦਾ ਜਿਹੜਾ ਹੈਲਪਿੰਗ ਵਰਬ ਲਾਉਣਾ ਹੈ। ਜਿਵੇਂ they wrote many letters। ਹੁਣ ਦੇਖੋ they wrote many letters ਹੈ, write wrote। ਹੁਣ ਜਿਹੜਾ wrote ਹੈ ਇਹ ਵਰਬ ਦੀ ਸੈਕੰਡ ਫਾਰਮ ਆ ਗਈ। ਹੁਣ ਜੇ ਵਰਬ ਦੀ ਸੈਕੰਡ ਫਾਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਕਿਸ 'ਚ ਲੱਗਦੀ ਹੈ, ਪਾਸਟ ਇੰਡੈਫੀਨਿਟ ਟੈਂਸ ਦੇ ਵਿੱਚ। ਜਦੋਂ ਅਸੀਂ ਨਾ ਪੈਸਿਵ ਬਣਾਵਾਂਗੇ ਤਾਂ ਪਾਸਟ ਕੰਟੀਨਿਊ ਦਾ ਜਿਹੜਾ ਸਾਡਾ ਹੈਲਪਿੰਗ ਵਰਬ ਆ ਯੂਜ਼ ਕਰਾਂਗੇ। ਪਾਸਟ ਕੰਟੀਨਿਊ 'ਚ ਕੀ ਲੱਗਦਾ ਹੈ, ਵਾਜ਼ ਵਰ। ਸੋ ਕੀ ਹੈ, they wrote many letters ਤਾਂ ਕੀ ਬਣ ਗਿਆ, many letters were written by them। ਦੇ ਕੀ ਚੇਂਜ ਕੀਤਾ ਸੀ, them ਦੇ ਵਿੱਚ। ਆਹ ਚੀਜ਼ਾਂ ਤੁਹਾਨੂੰ ਜਿਹੜੀਆਂ ਤੁਹਾਨੂੰ ਸਬਜੈਕਟ ਆਬਜੈਕਟ ਨੇ ਇਹ ਬਦਲਣ ਵਾਸਤੇ ਕਿਹਾ ਗਿਆ ਹੈ, ਤਾਂ ਇਹ ਤੁਸੀਂ ਧਿਆਨ ਚ ਰੱਖਣਾ ਹੈ ਕਿ ਜਦੋਂ ਅਸੀਂ ਆਈ ਸਬਜੈਕਟ ਹੈ ਇਹਨੂੰ ਆਬਜੈਕਟ ਬਣਾਉਣੇ ਦਾ ਬੀ ਬਣ ਜਾਣਾ ਹੈ, ਯੂ ਦਾ ਯੂ ਚ ਰਹਿ ਜਾਣਾ ਹੈ, ਦੇ ਦਾ ਦੈਮ ਚ, ਹੀ ਦਾ ਹਿਮ ਚ, ਸ਼ੀ ਦਾ ਹਾਰ ਚ, ਇਟ ਦਾ ਇਟ ਦੇ ਵਿੱਚ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਐਕਟਿਵ ਵਾਇਸ ਤੋਂ ਪੈਸਿਵ ਵਾਇਸ ਵੱਲ ਬਦਲਣਾ ਹੈ ਤਾਂ ਅਸੀਂ ਉਸ ਨੂੰ ਬੜੇ ਉਚੇਚੇ ਤੌਰ ਤੇ ਢੰਗ ਨਾਲ ਹੀ ਦੇਖਣਾ ਹੈ ਕਿ ਐਕਟਿਵ ਵਾਇਸ ਦੇ ਵਿੱਚ ਮੈਨੂੰ ਜਿਹੜਾ ਕੰਮ ਹੈ ਕਿਹੜੇ ਕਾਲ ਵਿੱਚ ਕਰਨ ਲਈ ਕਿਹਾ ਗਿਆ ਹੈ। ਜਦੋਂ ਸਾਨੂੰ ਪਤਾ ਲੱਗ ਗਿਆ ਕਿਹੜਾ ਕਾਲ ਕਿਹਾ ਗਿਆ ਹੈ ਤਾਂ ਅਸੀਂ ਵਾਸਤੂ ਰੂਪ ਦੇ ਵਿੱਚ ਮੁੜ ਕੇ ਅਸੀਂ ਜਦੋਂ ਉਹਦਾ ਪੈਸਿਵ ਵਾਇਸ ਬਣਾਵਾਂਗੇ ਤਾਂ ਉਸੇ ਕਾਲ ਦੇ ਵਿੱਚ ਹੀ ਉਹ ਚੇਂਜ ਹੋਣਾ ਹੈ। ਇਹ ਨਹੀਂ ਹੈਗਾ ਕਿ ਪ੍ਰੈਜ਼ੈਂਟ ਦਾ ਪਾਸਟ ਬਣ ਜਾਏਗਾ, ਨਹੀਂ ਬਣਨਾ। ਪ੍ਰੈਜ਼ੈਂਟ ਦਾ ਪ੍ਰੈਜ਼ੈਂਟ 'ਚ ਚੇਂਜ ਹੋਏਗਾ, ਪਾਸਟ ਦਾ ਪਾਸਟ ਚੇਂਜ ਹੋਏਗਾ। ਇਸ ਕਰਕੇ ਸਾਨੂੰ ਸਭ ਤੋਂ ਜ਼ਰੂਰੀ ਹੈ ਕਾਲ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਸੈਂਟੈਂਸਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਹੋਰ ਦੱਸਦਾ ਕਿ ਰਾਮ ਵਿਲ ਈਟ ਫੂਡ, ਰਾਮ ਵਿਲ ਈਟ ਫੂਡ। ਹੁਣ ਤੁਸੀਂ ਦੇਖੋ ਵਿਲ ਹੈ, ਇਹ ਸਾਰੀਆਂ ਗੱਲਾਂ
ਵੱਖਰੇ ਵੱਖਰੇ ਟੈਂਸਾਂ 'ਚ ਕੀਤੀਆਂ ਗਈਆਂ ਨੇ। ਇਹ ਹੁਣ ਬਿੱਲ ਹੈ, ਬਿੱਲ ਲੱਗਦਾ ਕੀ ਚ ਫਿਊਚਰ ਡੈਫੀਨਿਟ ਦੇ ਵਿੱਚ। ਜਦੋਂ ਮੈਂ ਇਹਨੂੰ ਬਣਾਵਾਂਗਾ ਵੱਖਰੇ ਤੌਰ ਤੇ ਲੈ ਕੇ ਜਾਵਾਂਗਾ ਤਾਂ ਨੈਕਸਟ ਟਾਈਮ ਦੇ ਵਿੱਚ ਇਹਦੀ ਆਪਣਾ ਐਗਜ਼ਾਮਪਲ ਇਹਨੂੰ ਚੇਂਜ ਕਰਾਂਗਾ। ਜਿਵੇਂ ਦੇਖੋ ਫੂਡ ਦਾ ਫੂਡ ਆ ਗਿਆ, ਇਹ ਆਬਜੈਕਟ ਹੈ, ਇਹ ਵਰਬ ਹੈ, ਇਹ ਹੈਲਪਿੰਗ ਹੋ ਗਈ, ਇਹ ਸਾਡਾ ਸਬਜੈਕਟ ਹੋ ਗਿਆ। ਹੁਣ ਫੂਡ ਦਾ ਫੂਡ ਬਣ ਜਾਏਗਾ। ਹੁਣ ਬਿੱਲ ਹੈ, ਬਿੱਲ ਬੀ ਈਟਨ ਬਾਏ ਰਾਮ, ਈਟਨ ਬਾਏ ਰਾਮ, ਕਿਉਂਕਿ ਪੈਸਿਵ ਵੌਇਸ ਬਣਾਉਂਦੇ ਸਮੇਂ ਹਮੇਸ਼ਾ ਵਰਬ ਦੀ ਥਰਡ ਫਾਰਮ ਦਾ ਪ੍ਰਯੋਗ ਹੋਣਾ। ਇੱਕ ਗੱਲ ਦਾ ਦਿਮਾਗ 'ਚ ਧਿਆਨ ਰੱਖਣਾ ਹੈ ਕਿ ਐਕਟਿਵ ਜਿਸ ਸੈਂਟੈਂਸ ਦੇ ਵਿੱਚ ਆਇਆ ਤੁਸੀਂ ਉਸੇ ਸੈਂਟੈਂਸ ਦੇ ਵਿੱਚ ਉਸਨੂੰ ਚੇਂਜ ਕਰੋਗੇ। ਥੋੜੀ ਜਿਹੀ ਆਪਣਾ ਥੋੜਾ ਧਿਆਨ ਦੇਣ ਦੀ ਲੋੜ ਹੈ। ਤੁਸੀਂ ਇਸ ਬਾਰੇ ਨੂੰ ਸੋਚੋ, ਥੋੜਾ ਧਿਆਨ ਦਿਓ ਕਿ ਇੰਗਲਿਸ਼ ਕੋਈ ਬਾਹਲੀ ਔਖੀ ਗੱਲ ਨਹੀਂ, ਇਹਨੂੰ ਬੜੇ ਸੌਖੇ ਢੰਗ ਨਾਲ ਸਿੱਖਿਆ ਜਾ ਸਕਦਾ ਹੈ। ਸੋ ਐਕਟਿਵ ਵੌਇਸ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੈਜ਼ੈਂਟ ਟੈਂਸ ਦੀ ਗੱਲ ਕੀਤੀ ਹੈ। ਪ੍ਰੈਜ਼ੈਂਟ ਟੈਂਸ ਚੇਂਜ ਇਨਟੂ ਪ੍ਰੈਜ਼ੈਂਟ 'ਚ ਰਹਿ ਜਾਂਦਾ ਹੈ। ਉਹਦੇ ਹੈਲਪਿੰਗ ਵਰਬ ਜੇ ਪ੍ਰੈਜ਼ੈਂਟ ਡੈਫੀਨਿਟ ਹੈ, ਡੂਡਸ ਲੱਗਿਆ ਉਹ 'ਚ ਇਜ਼ ਐਮ ਆਰ ਲੱਗ ਗਿਆ। ਆਪਾਂ ਵੱਖਰੇ ਵੱਖਰੇ ਸੈਂਟੈਂਸਾਂ ਦੀ ਗੱਲ ਕਰਾਂਗੇ। ਜੇ ਇਜ਼ ਐਮ ਆਰ ਨਾਲ ਵਰਬ ਦੀ ਪਲੇਟਫਾਰਮ ਲੱਗੀ ਹੈ ਤਾਂ ਇਜ਼ ਐਮ ਆਰ ਤੋਂ ਹੀ ਰਹਿਣਾ ਹੈ, ਉੱਥੇ ਜਿਹੜਾ ਹੈਗਾ ਇੰਗ ਹੈਗਾ ਉਹ ਬੀਂਗ 'ਚ ਚੇਂਜ ਹੋ ਜਾਣਾ। ਇसी ਪ੍ਰਕਾਰ ਜਦੋਂ ਤੁਸੀਂ ਵੱਖਰੇ ਵੱਖਰੇ ਸੈਂਟੈਂਸਾਂ ਨੂੰ ਗੱਲ ਕਰੋਗੇ ਤਾਂ ਤੁਸੀਂ ਬਣਾ ਕੇ ਵੇਖੋਗੇ ਤੁਹਾਡੇ ਕੋਲ ਬਹੁਤ ਭੰਡਾਰ ਪਿਆ ਸੈਂਟੈਂਸਾਂ ਦਾ। ਆਪਾਂ 20-21 ਵੀਡੀਓ ਨੇ ਜਿਹੜੀਆਂ ਪਹਿਲਾਂ ਸੈਂਟੈਂਸਾਂ ਦੀਆਂ ਤਿਆਰ ਕੀਤੀਆਂ ਨੇ। ਅਗਰ ਉਸੇ ਸੈਂਟੈਂਸਾਂ ਨੂੰ ਲੈ ਕੇ ਤੁਸੀਂ ਵੌਇਸ ਦੇ ਵਿੱਚ ਚੇਂਜ ਕਰਦੇ ਹੋ ਤਾਂ ਕੋਈ ਉਹ ਦਿਨ ਦੂਰ ਨਹੀਂ ਕਿ ਤੁਸੀਂ ਵੌਇਸ ਨੂੰ ਸਿੱਖ ਨਹੀਂ ਸਕਦੇ। ਵੌਇਸ ਦੇ ਅੰਦਰ 2-3 ਗੱਲਾਂ ਦਾ ਧਿਆਨ ਰੱਖਣਾ ਹੈ। ਸਭ ਤੋਂ ਪਹਿਲੀ ਗੱਲ, ਰੂਲ ਨੰਬਰ 1 ਧਿਆਨ ਇਹ ਰੱਖਣਾ ਹੈ ਕਿ ਅਸੀਂ ਇਹ ਜਾਣਕਾਰੀ ਹਾਸਿਲ ਕਰਨੀ ਹੈ ਕਿ ਜਿਹੜਾ ਸਾਨੂੰ ਸੈਂਟੈਂਸ ਦਿੱਤਾ ਗਿਆ ਹੈ ਉਹ ਕਿਹੜੇ ਕਾਲ ਹੈ। ਪਹਿਲਾ ਰੂਲ ਇਹ ਕਹਿੰਦਾ ਹੈ ਜਦੋਂ ਤੁਹਾਡੇ ਕੋਲ ਕੋਈ ਸੈਂਟੈਂਸ ਹੁੰਦਾ ਵੌਇਸ ਨੂੰ ਚੇਂਜ ਕਰਨ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਉਹ ਜਿਹੜਾ ਵਾਕ ਹੈ ਕਿਸ ਸੈਂਟੈਂਸ ਦਾ ਹੈ। ਨੰਬਰ 2 ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੇ ਉਹ ਪ੍ਰੈਜ਼ੈਂਟ ਡੈਫੀਨਿਟ ਦਾ ਟੈਂਸ ਹੈ ਤਾਂ ਉਹਦੇ ਅੰਦਰ ਜਿਹੜੇ ਹੈਲਪਿੰਗ ਵਰਬ ਹੈਗਾ ਇਜ਼ ਐਮ ਆਰ ਪ੍ਰੈਜ਼ੈਂਟ ਕੰਟੀਨਿਊ ਦਾ ਲਾ ਦੇਣਾ ਹੈ। ਨੰਬਰ 3 ਇਹਦੇ ਚ ਵਰਬ ਦੀ ਥਰਡ ਫਾਰਮ ਦਾ ਪ੍ਰਯੋਗ ਹੁੰਦਾ ਹੈ। ਨੰਬਰ 4 ਸਬਜੈਕਟ ਆਬਜੈਕਟ ਬਣ ਜਾਂਦਾ ਹੈ, ਆਬਜੈਕਟ ਸਬਜੈਕਟ ਬਣ ਜਾਂਦਾ ਹੈ। ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਗੱਲ ਕੀਤੀ ਸੀਗੀ ਕਿ ਆਈ ਪਲੇ ਹਾਕੀ, ਜਿਹੜਾ ਆਈ ਪਲੇ ਹਾਕੀ ਹੈ ਇਹਦੇ ਅੰਦਰ ਆਈ ਹੈ ਜਿਹੜਾ ਇਹ ਜਦੋਂ ਪੈਸਿਵ ਵੌਇਸ ਬਣਨਾ ਹੈ ਇਹ ਆਬਜੈਕਟ ਬਣ ਜਾਣਾ ਹੈ ਅਤੇ ਜਿਹੜਾ ਹਾਕੀ ਹੈ ਇਹ ਸਾਡਾ ਸਬਜੈਕਟ ਦੇ ਰੂਪ ਚ ਆਬਜੈਕਟ ਦੇ ਰੂਪ ਚ ਮੂਹਰੇ ਆ ਜਾਣਾ ਹੈ। ਆਈ ਮੀਚ ਬਦਲ ਜਾਣਾ, ਹਾਕੀ ਮੂਹਰੇ ਆ ਜਾਣਾ। ਹਾਕੀ ਉਹਦੇ ਬਾਅਦ ਇਜ਼ ਪਲੇਡ ਬਾਈ ਮੀ। ਇਹ ਰੂਲ ਨੰਬਰ ਅਗਲਾ ਜਦੋਂ ਫੇਰ ਬਣਾਉਣ ਲੱਗੇ ਇੱਕ ਅਗਲਾ ਰੱਖਣਾ ਹੈ ਇਹਦੇ ਅੰਦਰ ਪ੍ਰੋਪੋਜੀਸ਼ਨ ਬਾਏ, ਇਨ, ਟੂ, ਐਟ, ਇਹ ਟਾਈਮ ਟੂ ਟਾਈਮ ਤੁਹਾਨੂੰ ਅਸੀਂ ਦੱਸਦੇ ਰਹਾਂਗੇ ਕਿ ਜਦੋਂ ਕਿੱਦਾਂ ਦਾ ਸੈਂਟੈਂਸ ਆਉਂਦਾ ਕਿੱਥੇ ਟੂ ਲੱਗਦਾ ਹੈ, ਕਿੱਥੇ ਬਾਏ ਲੱਗਦਾ ਹੈ, ਕਿੱਥੇ ਐਟ ਲੱਗਦਾ ਹੈ, ਕਿਉਂਕਿ ਹਰ ਸੈਂਟੈਂਸ ਦੇ ਉੱਤੇ ਪ੍ਰੋਪੋਜੀਸ਼ਨ ਵੱਖਰੀ ਹੈ। ਕਿਉਂਕਿ ਐਕਸ਼ਨ ਵੌਇਸ ਦੇ ਵਿੱਚ ਜਿਹੜਾ ਆਬਜੈਕਟ ਦਾ ਐਕਸ਼ਨ ਸਬਜੈਕਟ ਤੇ ਹੋਣਾ ਹੈ। ਪਹਿਲੇ ਐਕਟਿਵ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਸਬਜੈਕਟ ਦਾ ਐਕਸ਼ਨ ਆਬਜੈਕਟ ਤੇ ਹੁੰਦਾ ਹੈਗਾ, ਪਰ ਪੈਸਿਵ ਦੇ ਵਿੱਚ ਆਬਜੈਕਟ ਹੈ ਜਿਹੜਾ ਆਬਜੈਕਟ ਦਾ ਐਕਸ਼ਨ ਹੈ ਉਹ ਸਬਜੈਕਟ ਤੋਂ ਕਰਵਾਇਆ ਜਾਂਦਾ। ਐਕਟਿਵ ਨੂੰ ਇਸੇ ਕਰਕੇ ਮੈਂ ਗੱਲ ਕਰਨਾ ਹੁੰਦਾ ਕਿ ਐਕਟਿਵ ਨੂੰ ਚੁਸਤ ਕਹਿ ਦਿੰਦੇ ਨੇ ਅਤੇ ਪੈਸਿਵ ਨੂੰ ਸੁਸਤ। ਕਿ ਐਕਟਿਵ ਹੋ ਕੇ ਕੰਮ ਕਰਦਾ ਹੈ, ਪੈਸਿਵ ਦੇ ਵਿੱਚ ਉਹਦੀ ਕੰਮ ਕਰਨ ਦੀ ਕੋਈ ਇੱਛਾ ਨਹੀਂ ਹੁੰਦੀ ਪਰ ਉਹਦੇ ਕੋਲੋਂ ਕਰਵਾਇਆ ਜਾਂਦਾ। ਤੁਸੀਂ ਇਹਨਾਂ ਰੂਲਾਂ ਦਾ ਧਿਆਨ ਰੱਖੋ। ਅਗਲੇ ਸੈਂਟੈਂਸਾਂ ਦੀ ਆਪਾਂ ਗੱਲ ਕਰਾਂਗੇ। ਅਗਲੇ ਸੈਂਟੈਂਸ ਜਾ ਕੇ ਤੁਹਾਨੂੰ ਵੌਇਸ ਦੀ ਜਾਣਕਾਰੀ ਦਿੱਤੀ ਜਾਊਗੀ ਕਿ ਕਿਹੜਾ ਵੌਇਸ ਕਿਸ ਪ੍ਰਕਾਰ ਬਣਦਾ ਹੈ ਅਤੇ ਪੈਸਿਵ ਵੌਇਸ ਕਿੱਦਾਂ ਚੇਂਜ ਹੁੰਦਾ ਹੈ, ਪੈਸਿਵ ਐਕਟਿਵ ਵੌਇਸ ਕਿੱਦਾਂ ਬਣਦਾ ਹੈ। ਤੁਸੀਂ ਇਹਨਾਂ ਨੂੰ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਵੇਖਿਆ ਕਰੋ ਤਾਂ ਤੁਹਾਨੂੰ ਪਤਾ ਲੱਗੇ ਕਿ ਇਸ ਦੇ ਅੰਦਰ ਕੀ ਦੱਸਿਆ ਗਿਆ ਹੈ। ਸੋ ਵੀਡੀਓ ਨੂੰ ਲਾਈਕ ਕਰੋ ਤੁਹਾਨੂੰ ਚੰਗੀ ਲੱਗਦੀ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੋਰਾਂ ਨੂੰ ਸ਼ੇਅਰ ਕਰੋ।